ਉਡੀਕਾਂ 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 ਤੇਰੇ ਆਉਣ ਦੀਆਂ ਉਡੀਕਾਂ 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 ਤੇਰੇ ਆਉਣ ਦੀਆਂ ਉਡੀਕਾਂ 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 ਤੇਰੇ ਆਉਣ ਦੀਆਂ ਉਡੀਕਾਂ 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 ਤੇਰੇ ਆਉਣ ਦੀਆਂ। मैं अनीता पाल लेके हाजिर हाँ आप जी ਦਾ ਮਨਪਸੰਦ ਪ੍ਰੋਗਰਾਮ ਉਡੀਕਾਂ। ਜਿਵੇਂ ਕਿ ਤੁਸੀਂ ਜਾਣਦੇ ਹੀ ਹੋ, ਅਸੀਂ ਹਮੇਸ਼ਾ ਹੀ ਨਵੇਂ ਚਿਹਰੇ ਦੇ ਨਾਲ ਰੂਬਰੂ ਹੁੰਦੇ ਹਾਂ ਤੇ ਅੱਜ ਵੀ ਆਜ਼ਾਦ ਰੰਗਮੰਚ ਕਲਾ ਭਵਨ ਫਗਵਾੜਾ ਦੇ ਵਿਹੜੇ ਵਿੱਚ ਪਹੁੰਚੇ ਹਨ ਪ੍ਰਸਿੱਧ ਕਵੀ ਮਨੋਜ ਫਗਵਾੜਵੀ ਜੀ। ਇਹਨਾਂ ਦੀਆਂ ਰਚਨਾਵਾਂ ਸ਼ਾਇਰੀ ਦੇ 7 ਰੰਗ, ਸਪਤਰਿਸ਼ੀ ਭਾਗ 1, ਸਪਤਰਿਸ਼ੀ ਭਾਗ 2, ਸ਼ਬਦ ਸਿਰਜਣਹਾਰੇ ਤੇ ਕਲਮਾਂ ਦੇ ਯੋਧੇ ਬਹੁਤ ਹੀ ਪਾਠਕਾਂ ਨੂੰ ਪੜਨ ਨੂੰ ਮਿਲੇ ਨੇ। ਇਸ ਕਰਕੇ ਅਸੀਂ ਹੁਣ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਕਵੀ ਮਨੋਜ ਫਗਵਾੜੀ ਜੀ, ਤੁਹਾਡਾ ਸਾਡੇ ਪ੍ਰੋਗਰਾਮ ਉਡੀਕਾਂ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ। ਮੈਂ ਹਾਜ਼ਰੀਨ ਉਡੀਕਾਂ ਦੇ ਦਰਸ਼ਕਾਂ ਨੂੰ ਆਪਣੀਆਂ ਕੁਝ ਗਜ਼ਲਾਂ ਸੁਣਾਵਾਂਗਾ, ਵਿੱਚ ਆਪਣੇ ਜੀਵਨ ਬਾਰੇ ਵੀ ਦੱਸਦਾ ਰਹਾਂਗਾ। ਹਾਂਜੀ ਮਨੋਜ ਜੀ, ਪਹਿਲਾਂ ਤਾਂ ਆਪਾਂ ਦਰਸ਼ਕਾਂ ਨਾਲ ਆਪ ਜੀ ਦੇ ਪਰਿਵਾਰ ਬਾਰੇ ਤੇ ਆਪ ਜੀ ਬਾਰੇ ਕੁਝ ਗੱਲਾਂ ਸਾਂਝੀਆਂ ਕਰਦੇ ਹਾਂ। ਹਾਂਜੀ ਹਾਜ਼ਰੀਨ, ਅਸੀਂ ਪਰਿਵਾਰ ਦੇ 4 ਮੈਂਬਰ ਹਾਂ, ਇੱਕ ਲੜਕਾ, ਇੱਕ ਲੜਕੀ ਤੇ ਇੱਕ ਮੇਰੀ ਮਿਸਿਸ। ਚਾਰੇ ਮੈਂਬਰ ਤੇ ਮੈਂ ਜਿਹੜਾ ਹੈ ਨਾ 10ਵੀਂ ਤੱਕ ਆਰੀਆ ਹਾਈ ਸਕੂਲ ਫਗਵਾੜਾ ਰੇਲਵੇ ਰੋਡ ਤੇ ਹੁਸ਼ਿਆਰਪੁਰ ਰੋਡ ਤੇ ਉੱਥੇ ਮੈਂ ਪੜ੍ਹਿਆ ਹੈਗਾ। ਉਸ ਤੋਂ ਬਾਅਦ ਗ੍ਰੈਜੂਏਸ਼ਨ ਜਿਹੜੀ ਆ ਮੇਰੀ ਰਾਮਗੜੀਆ ਕਾਲਜ ਸਤਨਾਮਪੁਰਾ ਫਗਵਾੜਾ ਤੋਂ ਕੀਤੀ ਹੈਗੀ ਆ। ਪੋਸਟ ਗ੍ਰੈਜੂਏਸ਼ਨ ਜਿਹੜੀ ਆ ਮੇਰੀ ਕੋਰਸਪੋਂਡੈਂਸ ਰਾਹੀਂ ਮੇਰਠ ਯੂਨੀਵਰਸਿਟੀ ਮੇਰਠ ਤੋਂ ਐਮਏ ਇਕਨੋਮਿਕਸ ਕੀਤੀ ਆ। ਅੱਛਾ ਮਨੋਜ ਜੀ, ਤੁਸੀਂ ਆਪਣੀਆਂ ਜਿਹੜੀ ਤੁਹਾਡੀ ਬੁੱਕਸ ਛਪ ਚੁੱਕੀਆਂ ਨੇ, ਕਵਿਤਾਵਾਂ ਤੁਹਾਡੀ ਰਚਨਾ ਆ ਚੁੱਕੀਆਂ ਨੇ, ਉਹਨਾਂ ਦੇ ਬਾਰੇ ਕੁਝ ਦੱਸੋ। ਮੈਂ ਪਹਿਲਾਂ ਕਾਲਜ ਦੇ ਟਾਈਮ ਵੀ ਆਪਣੇ ਕਾਲਜ ਦਾ ਮੈਗਜ਼ੀਨ ਜਿਹੜਾ ਗਿਆਨ ਸਰ ਉਹ ਜੋਤੀ, ਉਹਦਾ ਮੈਂ ਐਡੀਟਰ ਰਿਹਾ ਹਾਂ। ਤੇ ਉਸ ਤੋਂ ਬਾਅਦ ਮੈਂ ਲਿਖਣਾ ਤਾਂ ਪਹਿਲਾਂ ਹੀ 11ਵੀਂ 12ਵੀਂ ਤੋਂ ਸ਼ੁਰੂ ਕਰ ਦਿੱਤਾ ਸੀਗਾ ਤਕਰੀਬਨ। ਉਸ ਤੋਂ ਬਾਅਦ ਕੁਝ ਕਾਲਜ ਦੇ ਮੈਗਜ਼ੀਨ ਦੇ ਵਿੱਚ ਵੀ ਮੇਰੀਆਂ ਜਿਹੜੀਆਂ ਕਵਿਤਾਵਾਂ, ਗੀਤ, ਗਜ਼ਲਾਂ ਛਪੀਆਂ ਹਨ। ਅੱਛਾ ਜੀ, ਇਹ ਤੁਹਾਡੇ ਪੜ੍ਹਾਈ ਦੇ ਵੇਲੇ ਦੀ ਤੁਸੀਂ ਲਿਖਣ ਤੇ ਤੁਹਾਡੀ ਸ਼ੌਂਕ ਆਇਆ ਹੋਇਆ। ਹਾਂਜੀ ਹਾਂਜੀ। ਅੱਛਾ ਜੀ, ਤੇ ਹੁਣ ਤੁਸੀਂ ਪਹਿਲੀ ਕਵਿਤਾ ਕਿਹੜੀ ਲਿਖੀ ਸੀਗੀ? ਹੁਣ ਤਾਂ ਪਹਿਲੀ ਕਵਿਤਾ ਮੈਨੂੰ ਕੋਈ ਜਾਣਕਾਰੀ ਵੀ ਨਹੀਂ ਹੈਗੀ ਕਿਹਦੀ ਸੀ। ਸਕੂਲ ਟਾਈਮ ਦੀ ਕੋਈ ਕਵਿਤਾ ਯਾਦ ਹੋਵੇ? ਸਕੂਲ ਟਾਈਮ ਦੀ ਇੰਨੀ ਨਹੀਂ ਵਿਚਾਰੀ, ਕਿਉਂਕਿ ਮੈਂ ਜਦੋਂ ਪ੍ਰਵੱਖ ਹੋ ਗਿਆ ਐਕਚੁਅਲ ਮੈਂ ਗਜ਼ਲਾਂ ਉਦੋਂ ਹੀ ਪਾਠਕਾਂ ਸਾਹਮਣੇ ਲੈ ਕੇ ਆਇਆ ਜ਼ਿਆਦਾ। ਅੱਛਾ ਜੀ, ਜੇ ਕਵਿਤਾਵਾਂ ਲਿਖਣ ਲਈ ਕੀ ਪੜ੍ਹਨਾ ਵੀ ਜ਼ਰੂਰੀ ਹੁੰਦਾ ਹੈ? ਹਾਂਜੀ, ਕਵਿਤਾਵਾਂ ਲਿਖਣ ਲਈ ਪੜ੍ਹਨਾ ਸਭ ਤੋਂ ਜ਼ਰੂਰੀ ਹੁੰਦਾ। 80% ਜੇ ਤੁਸੀਂ ਪੜ੍ਹੋਗੇ ਤਾਂ ਹੀ ਤੁਸੀਂ 10% ਲਿਖ ਸਕਦੇ ਆ। ਜੇ ਤੁਸੀਂ ਪੜ੍ਹੋਗੇ ਨਹੀਂ ਤਾਂ ਕੁਝ ਨਹੀਂ ਲਿਖ ਸਕਦੇ। ਉਹਦੇ ਵਿੱਚ ਕਈ ਜਿਹੜੇ ਆ ਇੰਪੋਰਟੈਂਟ ਜਿਹੜੇ ਵਧੀਆ ਲੇਖਕ ਆ ਉਹਨਾਂ ਨੂੰ ਤੁਹਾਨੂੰ ਪੜ੍ਹਨਾ ਪਏਗਾ। ਅੱਛਾ ਜੀ, ਤੁਸੀਂ ਕਿਹੜੇ ਸ਼ਾਇਰਾਂ ਨੂੰ, ਕਿਹੜੇ ਲੇਖਕਾਂ ਨੂੰ ਪੜ੍ਹਦੇ ਹੋ ਜ਼ਿਆਦਾਤਰ? ਮੈਂ ਉਲਫਤ ਬਾਜਵਾ ਜੀ ਨੂੰ, ਆਰਕ ਮੁਹੰਮਦਪੁਰੀ ਸਾਹਿਬ ਨੂੰ, ਤੇ ਮਤਵਾਲਾ ਸਾਹਿਬ ਨੂੰ, ਆਪਣੇ ਸ਼ੌਕਤ ਢਾੜਵੀ ਸਾਹਿਬ ਨੂੰ, ਤੇ ਗੁਲਜ਼ਾਰ ਰੋਸ਼ਨ ਜੀ ਨੂੰ, ਹੋਰ ਵੀ ਬਹੁਤ ਸਾਰੇ ਕਵੀ ਤੇ ਲੇਖਕ ਗਜ਼ਲ ਹਨ ਜਿਨ੍ਹਾਂ ਨੂੰ ਮੈਂ ਪੜ੍ਹਿਆ ਹੈਗਾ। ਅੱਛਾ ਜੀ ਮਨੋਜ ਜੀ, ਤੁਸੀਂ ਸਾਡੇ ਦਰਸ਼ਕਾਂ ਨੂੰ ਕਿਹੜੀ ਕਵਿਤਾ ਸੁਣਾਉਣ ਜਾ ਰਹੇ ਹੋ? ਮੈਂ ਆਪਣੀ ਗਜ਼ਲ ਇੱਕ ਸੁਣਾ ਰਿਹਾ, ਉਹਦੇ ਚੰਦ ਸ਼ੇਰ ਸ਼ਾਇਦ ਪਾਠਕਾਂ ਨੂੰ ਪਸੰਦ ਆਣ। ਪੇਸ਼ ਹੈ ਮੇਰੀ ਗਜ਼ਲ ਦੇ ਚੰਦ ਅਸ਼ਾਰ। ਜ਼ਿੰਦਗੀ ਵਿੱਚ ਜੀਣ ਦੀ ਜੇਕਰ ਚਾਹਤ ਬਣੀ ਰਵੇ, ਜ਼ਿੰਦਗੀ ਵਿੱਚ ਜੀਣ ਦੀ ਜੇਕਰ ਚਾਹਤ ਬਣੀ ਰਵੇ, ਤੂਫਾਨ ਨਾਲ ਵੀ ਲੜਨ ਦੀ ਫਿਰ ਤਾਕਤ ਬਣੀ ਰਵੇ। ਅਸੀਂ ਇੱਕ ਰਹੀਏ ਤਾਂ ਨਾ ਕਦੇ ਦੁਸ਼ਮਣ ਕਰੇ ਨਾਦਾਨੀ, ਅਸੀਂ ਇੱਕ ਰਹੀਏ ਤਾਂ ਨਾ ਦੁਸ਼ਮਣ ਕਦੇ ਕਰੇ ਨਾਦਾਨੀ। ਉਸ ਦੇ ਦਿਲ ਵਿੱਚ ਹਾਰ ਦੀ ਦਹਿਸ਼ਤ ਬਣੀ ਰਹੇ, ਉਸ ਦੇ ਦਿਲ ਵਿੱਚ ਹਾਰ ਦੀ ਦਹਿਸ਼ਤ ਬਣੀ ਰਹੇ। ਜੋਸ਼ੋ ਖਰੋਸ਼ ਨਾਲ ਭਰੇ ਹੋਣ ਆਪਣੇ ਨੌਜਵਾਨ, ਦੌੜੇ ਰਗਾਂ 'ਚ ਖੂਨ ਅਤੇ ਹਰਾਰਤ ਬਣੀ ਰਹੇ, ਦੌੜੇ ਰਗਾਂ 'ਚ ਖੂਨ ਅਤੇ ਹਰਾਰਤ ਬਣੀ ਰਹੇ। ਮਿਹਨਤ ਕਸ਼ਾਂ ਨੂੰ ਨਿਆਂ ਵੀ ਫਿਰ ਕਿੱਥੇ ਹੋਊ ਨਸੀਬ, ਮਿਹਨਤ ਕਸ਼ਾਂ ਨੂੰ ਨਿਆਂ ਵੀ ਫਿਰ ਕਿੱਥੇ ਹੋਊ ਨਸੀਬ। ਮਰਜ਼ੀ ਜੇ ਪੂੰਜੀਪਤੀ ਦੀ ਅਦਾਲਤ ਬਣੀ ਰਹੇ, ਮਰਜ਼ੀ ਜੇ ਪੂੰਜੀਪਤੀ ਦੀ ਅਦਾਲਤ ਬਣੀ। ਹਾਂ, ਇੱਕ ਹੋਰ ਸ਼ੇਰ ਸੁਣਾ ਜੀ। ਫਰਜ਼ ਆਪਣਾ ਕਰਮਚਾਰੀ ਨਿਭਾਵੇ ਵੀ ਤਾਂ ਕਿਸ ਤਰ੍ਹਾਂ, ਫਰਜ਼ ਆਪਣਾ ਕਰਮਚਾਰੀ ਨਿਭਾਵੇ ਵੀ ਤਾਂ ਕਿਸ ਤਰ੍ਹਾਂ। ਉੱਪਰ ਤੋਂ ਜੇ ਦਬਾਅ ਦੀ ਹਾਲਤ ਬਣੀ ਰਹੇ, ਉੱਪਰ ਤੋਂ ਜੇ ਦਬਾਅ ਦੀ ਹਾਲਤ ਬਣੀ ਰਹੇ। ਕੋਈ ਮਰੇ ਜਾਂ ਜੀਏ, ਸ਼ੇਰੇ ਸੁਣਾ ਕਾਬਲੇ ਗੋਰਾ। ਕੋਈ ਮਰੇ ਜਾਂ ਜੀਵੇ ਇਸ ਨੂੰ ਉਸ ਨਾਲ ਕੀ, ਨੇਤਾ ਜੀ ਜਾਣ ਕੇ ਉਸ ਦੀ ਸਿਆਸਤ ਬਣੀ ਰਹੇ, ਨੇਤਾ ਜੀ ਜਾਣ ਕੇ ਉਸ ਦੀ ਸਿਆਸਤ ਬਣੀ ਰਹੇ। ਕਹਿੰਦਾ ਮੰਦਰ 'ਚ ਟੇਕ ਮੱਥਾ ਜਾਂ ਮਸਜਿਦ ਕਰ ਸਜਦਾ, ਮੰਦਰ 'ਚ ਟੇਕ ਮੱਥਾ ਜਾਂ ਮਸਜਿਦ 'ਚ ਕਰ ਸਜਦਾ।
चाहत बस ऐनी अपनी की इबादत बनी रहे। इबादत बनी रहे। चाहत बस अपनी ऐनी की इबादत बनी रहे। एक मक्ता पेश है जी। हाँ जी। ताकतवरां दे सामने सब झुकदे ने मनोज। ताकतवरां दे सामने सब झुकदे ने मनोज। कमजोर दी तां हर वेले दुर्गत बनी रहे। हाँ। कमजोर दी तां हर वेले दुर्गत बनी रहे। जिंदगी विच जीण दी जेकर चाहत बनी रहे तां तूफान नाल भी लड़न दी फिर ताकत बनी रहे। तूफान ਨਾਲ ਲੜਨ ਦੀ ਵੀ ਤਾਕਤ ਬਣੀ ਰਹੇ। ਵਾਹ ਜੀ ਵਾਹ, ਬਹੁਤ ਖੂਬ ਜੀ। ਧੰਨਵਾਦ ਜੀ। ਹਾਂਜੀ ਮਨੋਜ ਜੀ, ਤੁਸੀਂ ਇਹ ਕਵਿਤਾਵਾਂ ਲਿਖਣ ਲਈ ਵੀ ਕਿਸੇ ਗੁਰੂ ਦੀ ਤੁਹਾਨੂੰ ਲੋੜ ਪਈ ਜਾਂ ਤੁਸੀਂ ਐਵੇਂ ਹੀ ਸ਼ੌਕ ਪੈਦਾ ਹੋ ਗਿਆ ਤੇ ਤੁਸੀਂ ਲਿਖਣ ਲੱਗ ਗਏ? ਗੁਰੂ ਦੀ ਜ਼ਰੂਰਤ ਜ਼ਰੂਰ ਪੈਂਦੀ ਆ, ਬਿਨਾਂ ਅੱਛਾ ਜੀ। ਗੁਰੂ ਤੋਂ ਗਤੀ ਨਹੀਂ, ਕਹਾਵਤ ਆ ਇਹ। ਹਾਂਜੀ। ਸਹੀ ਆ, ਕਿਉਂਕਿ ਜੇ ਤੁਸੀਂ ਕਿਸੇ ਕੋ ਆਪਣੀ ਰਚਨਾ ਲਿਖ ਲੈਂਦੇ ਆ, ਹਾਂਜੀ। ਰਚਨਾ ਲਿਖਣਾ ਹੀ ਕੁਛ ਨਹੀਂ, ਉਹਨੂੰ ਸੁਧਾਈ ਵੀ ਜ਼ਰੂਰੀ ਆ, ਕਿਉਂਕਿ ਉਹਦੇ ਵਿੱਚ ਤੁਹਾਡੇ ਭਾਵ ਆ ਜਾਂਦੇ, ਫਿਰ ਉਹਨੂੰ ਸਿਸਟਮ ਵਿੱਚ ਲਿਆਉਣਾ ਹੁੰਦਾ ਆ। ਜੇ ਸਿਸਟਮ 'ਚ ਗਜ਼ਲ ਨਹੀਂ ਆਊਗੀ ਤਾਂ ਕੋਈ ਵੀ ਪਸੰਦ ਨਹੀਂ ਕਰੂਗਾ। ਸੋ ਦਰਸ਼ਕਾਂ ਨੂੰ ਇਹੀ ਮੇਰੀ ਰਿਕੁਐਸਟ ਹੈ ਵੀ ਉਹ ਕਿਸੇ ਵੀ ਜਦੋਂ ਕੋਈ ਕਵਿਤਾ ਜਾਂ ਗੀਤ ਜਾਂ ਗਜ਼ਲ ਲਿਖਦੇ ਆ, ਉਹ ਆਪਣੇ ਉਸਤਾਦ ਨੂੰ ਜ਼ਰੂਰ ਦਿਖਾਉਣ ਤੇ ਤਾਂ ਹੀ ਉਹ ਅੱਗੇ ਵੱਧ ਸਕਦਾ। ਹਾਂਜੀ ਮਨੋਜ ਜੀ, ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਕਿ ਜਿਹੜੇ ਅੱਜ ਕੱਲ੍ਹ ਨੌਜਵਾਨ ਨੇ ਉਹਨਾਂ ਨੂੰ ਪੜ੍ਹਨ ਦਾ ਸ਼ੌਕ ਘੱਟ ਹੈ? ਹਾਂਜੀ ਹਾਂਜੀ, ਉਹਨਾਂ ਲਈ ਕੋਈ ਤੁਹਾਡੀ? ਮੇਰਾ ਵਿਚਾਰ ਆ ਵੀ ਅੱਜ ਕੱਲ ਦੇ ਜਿਹੜੇ ਨੌਜਵਾਨ ਆ ਉਹ ਪੜ੍ਹਨ 'ਚ ਰੁਚੀ ਨਹੀਂ ਲੈ ਰਹੇ ਆ। ਹਾਂਜੀ। ਮੈਂ ਚਾਹੁੰਦਾ ਹਾਂ ਕਿ ਹਰੇਕ ਜਿਹੜਾ ਪਾਠਕ ਪੜ੍ਹਨ 'ਚ ਰੁਚੀ ਰਵੇ ਅਤੇ ਲੇਖਕ ਵੀ ਵੱਧ ਤੋਂ ਵੱਧ ਪੜ੍ਹੇ। ਜੇ ਵੱਧ ਤੋਂ ਵੱਧ ਪੜੂਗਾ ਤਾਂ ਹੀ ਅੱਗੇ ਲਿਖ ਸਕੇਗਾ, ਨਹੀਂ ਤਾਂ ਫਿਰ ਜਿੱਥੇ ਤੱਕ ਉਹ ਪੜ੍ਹਿਆ ਉੱਥੇ ਤੱਕ ਹੀ ਰਹਿ ਜਾਏਗਾ। ਹਾਂਜੀ। ਉਹਨਾਂ ਨੂੰ ਚਾਹੀਦਾ ਵੀ ਨਵੀਂ ਤੋਂ ਨਵੀਂ ਜਿਹੜੀ ਵੀ ਕਿਤਾਬ ਮਾਰਕੀਟ 'ਚ ਆਉਂਦੀ ਆ ਵੱਡੇ ਵੱਡੇ ਰਾਈਟਰਾਂ ਦੀਆਂ, ਉਹ ਪੜ੍ਹਨ, ਉਹ ਤੋਂ ਵਿਚਾਰ ਉਹ ਜਾਣਨ। ਉਸ ਤੋਂ ਬਾਅਦ ਉਹਨਾਂ ਦੇ ਮਨ 'ਚ ਵੀ ਕੋਈ ਭਾਵ ਇਦਾਂ ਦਾ ਉੱਠੇ ਵੀ ਮੈਂ ਇਦਾਂ ਉਹਨੇ ਲਿਖਿਆ ਤੇ ਮੈਂ ਇਸ ਤਰ੍ਹਾਂ ਲਿਖਾਂ ਤਾਂ ਕੀ ਹੋਊਗਾ ਅਸਰ। ਉਹ ਚੀਜ਼ ਜ਼ਰੂਰੀ ਹੈਗਾ। ਹਾਂਜੀ ਮਨੋਜ ਜੀ, ਤੁਹਾਡੇ ਲਿਖਣ ਦੇ ਵਿਸ਼ੇ ਜ਼ਿਆਦਾਤਰ ਕਿਹੜੇ ਕਿਹੜੇ ਹੁੰਦੇ ਆ? ਮੇਰੇ ਲਿਖਣ ਦੇ ਜ਼ਿਆਦਾ ਵਿਸ਼ੇ ਸਮਾਜਿਕ ਹੁੰਦੇ ਆ ਤੇ ਰਾਜਨੀਤਿਕ ਹੁੰਦੇ ਆ ਤੇ ਰੋਮਾਂਟਿਕ ਹੁੰਦੇ ਆ ਤੇ ਬੱਚਿਆਂ ਦੇ ਬਾਰੇ ਵੀ, ਭਰੂਣ ਹੱਤਿਆ ਬਾਰੇ, ਇਦਾਂ ਦੇ ਵੀ ਕਈ ਹੁੰਦੇ ਹੈਗੇ। ਅੱਛਾ ਜੀ, ਤੁਸੀਂ ਸਾਰੇ ਵਿਸ਼ਿਆਂ ਤੇ ਤੁਹਾਡੀ ਕਲਮ ਲਿਖਦੀ ਹੈ? ਹਾਂਜੀ, ਉਹ ਜਿੱਦਾਂ ਮੂਡ ਹੋਵੇ ਉਦਾਂ ਦੇ ਲਿਖ ਲੈਂਦੇ। ਠੀਕ ਹੈ ਜੀ। ਸਾਨੂੰ ਤੁਸੀਂ ਕੋਈ ਇੱਕ ਸਮਾਜਿਕ ਵਿਸ਼ੇ ਤੇ ਕੋਈ ਕਵਿਤਾ? ਅੱਜ ਹਰ ਸ਼ਖਸ ਦੇ ਹੱਥ ਵਿੱਚ ਖੰਜਰ ਦਿਖਾਈ ਦਿੰਦਾ ਹੈ। ਅੱਜ ਹਰ ਸ਼ਖਸ ਦੇ ਹੱਥ ਵਿੱਚ ਖੰਜਰ ਦਿਖਾਈ ਦਿੰਦਾ ਹੈ। ਪਿੰਡ ਪਿੰਡ ਸ਼ਹਿਰ ਸ਼ਹਿਰ ਇਹੋ ਮੰਜ਼ਰ ਦਿਖਾਈ ਦਿੰਦਾ ਹੈ। ਪਿੰਡ ਪਿੰਡ ਸ਼ਹਿਰ ਸ਼ਹਿਰ ਇਹੋ ਮੰਜ਼ਰ ਦਿਖਾਈ ਦਿੰਦਾ ਹੈ। ਲੱਗਦਾ ਹੈ ਉੱਥੇ ਵੀ ਹੋਇਆ ਹੈ ਬਾਰੂਦ ਦਾ ਤਮਾਸ਼ਾ। ਲੱਗਦਾ ਹੈ ਉੱਥੇ ਵੀ ਹੋਇਆ ਹੈ ਬਾਰੂਦ ਦਾ ਤਮਾਸ਼ਾ। ਵਾਹ ਜੀ। ਜ਼ਮੀਨ ਦਾ ਹਰ ਟੁਕੜਾ ਬੰਜਰ ਦਿਖਾਈ ਦਿੰਦਾ ਹੈ। ਜ਼ਮੀਨ ਦਾ ਹਰ ਟੁਕੜਾ ਬੰਜਰ ਦਿਖਾਈ ਦਿੰਦਾ ਹੈ। ਇੱਲਾਂ ਕਾਵਾਂ ਵਾਂਗ ਲੜ ਰਹੇ ਨੇ, ਇੱਲਾਂ ਕਾਵਾਂ ਵਾਂਗ ਲੜ ਰਹੇ ਨੇ ਉੱਥੇ ਕੁਝ ਲੋਕ। ਇੱਲਾਂ ਕਾਵਾਂ ਵਾਂਗ ਲੜ ਰਹੇ ਨੇ ਉੱਥੇ ਕੁਝ ਲੋਕ। ਸ਼ਾਇਦ ਪਾਸ ਮਸਜਿਦ ਮੰਦਰ ਦਿਖਾਈ ਦਿੰਦਾ ਹੈ। ਸ਼ਾਇਦ ਪਾਸ ਕੋਈ ਮੰਦਰ ਮਸਜਿਦ ਦਿਖਾਈ ਦਿੰਦਾ ਹੈ। ਇੱਲਾਂ ਕਾਵਾਂ ਵਾਂਗ ਲੜ ਰਹੇ ਨੇ ਉੱਥੇ ਕੁਝ ਲੋਕ। ਕਹਿੰਦਾ 2 ਘੁੱਟ ਪਾਣੀ ਜੋ ਪਿਲਾ ਦੇਵੇ ਪਿਆਸੇ ਨੂੰ, 2 ਘੁੱਟ ਪਾਣੀ ਜੋ ਪਿਲਾ ਦੇਵੇ ਪਿਆਸੇ ਨੂੰ, ਉਸਦੇ ਵਿਹੜੇ ਮੈਨੂੰ ਤਾਂ ਸਮੁੰਦਰ ਦਿਖਾਈ ਦਿੰਦਾ ਹੈ। ਉਸਦੇ ਵਿਹੜੇ ਤਾਂ ਮੈਨੂੰ ਸਮੁੰਦਰ ਦਿਖਾਈ ਦਿੰਦਾ ਹੈ। ਇੱਕ ਸ਼ੇਰ ਹੋਰ ਸੁਣਾ। ਮੇਰੇ ਮਨ ਵਾਂਗ ਹੈ ਚੰਚਲ, ਕਦੇ ਚੜ੍ਹਦਾ ਹੈ ਕਦੇ ਉਤਰਦਾ ਹੈ। ਮੇਰੇ ਮਨ ਵਾਂਗ ਹੈ ਚੰਚਲ, ਕਦੇ ਚੜ੍ਹਦਾ ਹੈ ਕਦੇ ਉਤਰਦਾ ਹੈ। ਦੂਰ ਕਿਤੇ ਪੇੜ ਤੇ ਛੋਟਾ ਜਿਹਾ ਬਾਂਦਰ ਜੋ ਦਿਖਾਈ ਦਿੰਦਾ ਹੈ। ਦੂਰ ਕਿਤੇ ਪੇੜ ਤੇ ਕੋਈ ਬਾਂਦਰ ਜਿਹੜਾ ਦਿਖਾਈ ਦਿੰਦਾ ਹੈ। ਇੱਕ ਸ਼ੇਰ ਮਕਤਾ ਪੇਸ਼ ਹੈ ਜੀ। ਉਹ ਸਿੱਧੇ ਅਤੇ ਸਾਦੇ ਇਨਸਾਨ ਦੇ ਅੰਦਰ ਮਨੋਜ। ਉਹ ਸਿੱਧੇ ਅਤੇ ਸਾਦੇ ਇਨਸਾਨ ਦੇ ਅੰਦਰ ਮਨੋਜ। ਕਦੇ ਬਾਬਾ ਨਾਨਕ ਕਦੇ ਸ਼ੰਕਰ ਦਿਖਾਈ ਦਿੰਦਾ ਹੈ। ਕਦੇ ਬਾਬਾ ਨਾਨਕ ਕਦੇ ਸ਼ੰਕਰ ਦਿਖਾਈ ਦਿੰਦਾ ਹੈ। ਇਹ ਸੀ ਇੱਕ ਸਮਾਜਿਕ ਜਿਹਨੂੰ ਪੱਖ ਨੂੰ ਅਸੀਂ ਪੇਸ਼ ਕੀਤਾ ਵੀ ਸੰਸਾਰ ਦੇ ਵਿੱਚ ਕਿਸ ਤਰ੍ਹਾਂ ਅੱਜ ਕੱਲ੍ਹ ਕੀ ਵਰਤਾਵਾ ਹੋ ਰਿਹਾ ਹੈ। ਮਨੋਜ ਜੀ, ਤੁਸੀਂ ਸਾਡੇ ਦਰਸ਼ਕਾਂ ਨੂੰ ਆਪਣੇ ਕਵੀ ਮੁਸ਼ਾਇਰਿਆਂ ਬਾਰੇ ਦੱਸੋ ਵੀ ਤੁਸੀਂ ਕਿੱਥੇ ਕਿੱਥੇ ਤੱਕ ਕਵੀ ਮੁਸ਼ਾਇਰੇ ਕੀਤੇ ਨੇ? ਪਿਆਰੇ ਪਿਆਰੇ ਦਰਸ਼ਕੋ, ਮੈਂ ਸਾਰੇ ਇੰਡੀਆ ਦੇ ਵਿੱਚ ਘੁੰਮਿਆ ਆ, ਜਿਹਦੇ ਵਿੱਚ ਪ੍ਰਮੁੱਖ ਹੈਗਾ ਹੈਦਰਾਬਾਦ, ਬੰਬੇ, ਮਦਰਾਸ ਤੇ ਕੇਰਲਾ ਤੇ USA ਵਗੈਰਾ ਵੀ ਮੈਂ ਗਿਆ, ਕੈਨੇਡਾ ਗਿਆ ਹੈਗਾ। ਅੱਛਾ ਜੀ। USA ਦੇ ਵਿੱਚ ਮੈਂ ਨਿਊਯਾਰਕ ਗਿਆ
ਤੇ ਕੈਨੇਡਾ ਦੇ ਵਿੱਚ ਮੈਂ ਟੋਰਾਂਟੋ ਗਿਆ। अच्छा, जहाँ ना पहुंचे रवि वहाँ पहुंचे कवि। हाँ जी, हाँ जी, ये भी गल हो गई है। ਇਹ ਕਹਾਵਤ ਸਹੀ ਹੋ हाँ ਰਹੀ जी, ਹੈ। बिल्कुल सिद्ध हो चुकी है। हाँ जी, हाँ जी। ਤੇ ਕੀ ਤੁਹਾਡਾ ਕੋਈ ਇਹੋ ਜਿਹਾ ਵਾਕਿਆ ਵੀ ਹੈ ਕਵੀ ਮੁਸ਼ਾਇਰਿਆਂ ਦੇ ਵਿੱਚ ਜਿਹੜਾ ਤੁਹਾਨੂੰ ਹਲੇ ਤੱਕ ਯਾਦ ਹੋਵੇ? ਹਾਂ, ਮੈਨੂੰ ਯਾਦ ਆ ਕਵੀ ਮੁਸ਼ਾਇਰਿਆਂ ਦਾ, ਪਰ ਉਹ ਕੀ ਅਸੀਂ ਇਦਾਂ ਦਾ ਸਾਂਝਾ ਕਰ ਸਕਦੇ ਹਾਂ ਮੁਸ਼ਾਇਰਾ ਕਿ ਅਸੀਂ ਗਏ ਸੀ ਇੱਥੇ ਮੋਰਾਵਾਲੀ, ਇੱਕ ਪਿੰਡ ਵਾ, ਸ਼ਾਇਦ ਤੁਸੀਂ ਨਾਂ ਵੀ ਸੁਣਿਆ ਹੋਊਗਾ। ਮੋਰਾਵਾਲੀ ਹਾਂਜੀ। ਹੁਸ਼ਿਆਰਪੁਰ ਜ਼ਿਲ੍ਹੇ 'ਚ ਪੈਂਦਾ ਆ। ਤੇ ਉੱਥੇ ਮੈਂ ਸੀਗਾ ਤੇ ਮੇਰੇ ਨਾਲ ਸੀਗੇ ਹਰਗੋਬਿੰਦ ਸਾਹਿਬ, ਉਸਤਾਦ ਸ਼ਾਇਰ ਸੀਗੇ, ਅੱਛਾ। ਉਹ ਵੀ ਨਾਲ ਸੀਗੇ। ਤੇ ਇੱਕ ਦੋ ਸ਼ਾਇਰ ਹੋਰ ਸੀ, ਸ਼ੌਕਤ ਢੰਡਾੜਵੀ ਵੀ ਸੀ, ਤੇ ਜਿਹਨਾਂ ਦਾ ਮੈਨੂੰ ਨਾਂ ਇਸ ਵੇਲੇ ਯਾਦ ਨਹੀਂ ਹਨ, ਉਹ ਵੀ ਗਏ। ਤਾਂ ਅਸੀਂ ਜਦੋਂ ਸਟੇਜ ਤੇ ਕਵਿਤਾ ਪੜ੍ਹਨ ਲੱਗੇ ਤਾਂ ਆਵਾਜ਼ ਆਈ ਜਿੱਦਾਂ ਕੋਈ ਚੀਜ਼ ਫਟਦੀ ਆ। ਬਾਅਦ ਚ ਪਤਾ ਲੱਗਾ ਕਿ ਪੈਂਟਾਂ ਫਟ ਗਈਆਂ। ਅੱਛਾ। ਤੇ ਯਾਨੀ ਅਸੀਂ ਕਿ- ਸਾਰੇ ਸਾਡੇ ਦਰਸ਼ਕ ਬੜੇ ਹੱਸੇ ਵੀ ਇਹ ਕੀ ਚੱਕਰ ਹੋ ਗਿਆ। ਉਹ ਗੱਲ ਇਹ ਸੀ ਵੀ ਜਦੋਂ ਅਸੀਂ ਬੈਠਦੇ ਸੀ ਨਾ, ਜਦੋਂ ਕੁਰਸੀ ਤੇ ਬੈਠਣ ਲੱਗੇ, ਉਹ ਪੈਂਟ ਆਟੋਮੈਟਿਕ, ਉਹ ਕਹਿੰਦੇ ਯਾਰ ਇਹ ਤੁਸੀਂ ਬਹੁਤ ਇੱਥੇ ਮਜ਼ਾਕ ਜਿਹਾ ਬਣਾਇਆ। ਅਸੀਂ ਕਿਹਾ ਸਰ ਸਾਡਾ ਕੋਈ ਕਸੂਰ ਨਹੀਂ, ਇਹ ਸਾਰੀਆਂ ਜੀਨ ਦੀਆਂ ਪੈਂਟਾਂ ਹੈਗੀਆਂ ਤੇ ਟਾਈਟ ਬਹੁਤ ਆ, ਇਹ ਹੁਣ ਕੀ ਕੀਤਾ ਜਾਵੇ। ਉਹ ਨਵਾਂ ਨਵਾਂ ਉਦੋਂ ਰਿਵਾਜ ਪਿਆ ਸੀਗਾ ਤੇ ਇਹ ਥੋੜਾ ਜਿਹਾ ਹਾਸਾ ਆਇਆ ਸਾਨੂੰ ਥੋੜਾ ਜਿਹਾ ਉਸ ਵੇਲੇ, ਜਦ ਕਿ ਦਰਸ਼ਕਾਂ ਨੂੰ। ਤੇ ਉਹ ਕਹਿੰਦੇ ਵੀ ਹਿਸਾਬ ਨਾਲ ਬੋਲੋ, ਕਹਿੰਦੇ ਅਸੀਂ ਫਿਰ ਤਾਂ ਹੀ ਉਹਨਾਂ ਨੂੰ ਰਿਕਵੈਸਟ ਕੀਤੀ, ਭਰਾਵਾ ਸਾਨੂੰ ਬਿਠਾ ਕੇ ਹੀ ਬੋਲੋ, ਕਿਉਂਕਿ ਅਸੀਂ ਜਿਹੜਾ ਹੈ ਨਾ, ਜਿਹੜੇ ਸ਼ਾਇਰ ਹੈਗੇ ਆ ਉਹ ਹੈਗੇ ਮੰਚੀ ਕਵੀ, ਜਿਹੜੇ ਮੰਚ ਤੇ ਜ਼ਿਆਦਾ ਬੋਲਦੇ। ਅਸੀਂ ਮੰਚ ਤੇ ਨਹੀਂ ਬੋਲਦੇ ਸੀਗੇ ਜ਼ਿਆਦਾ, ਅਸੀਂ ਤਾਂ ਦਰਸ਼ਕਾਂ ਦੇ ਰੂਬਰੂ ਹੋ ਕੇ ਖੜੇ ਹੋ ਕੇ ਬੋਲਦੇ ਸੀਗੇ। ਤੇ ਹੁਣ ਤਾਂ ਤੁਸੀਂ ਆਪਣੇ ਮੰਚ ਤੇ ਇਦਾਂ ਬੋਲ ਲੈਂਦੇ ਹੋਣੇ? ਹੁਣ ਤਾਂ ਹੁਣ ਕਾਫੀ ਅਸੀਂ ਟਾਈਮ ਬੋਲ ਹੋ ਗਿਆ ਲੈਂਦੇ ਤੁਹਾਨੂੰ? ਹਾਂ, ਹੁਣ ਤਾਂ ਅਸੀਂ ਐਨ ਚੰਗੀ ਐਨ ਪਰਿਪੱਕ ਹੋ ਚੁੱਕੇ ਹੋ। ਹਾਂਜੀ, ਝਿਜਕ ਸਾਡੀ ਵੀ ਬਿਲਕੁਲ ਖਤਮ ਹੋ ਚੁੱਕੀ ਆ, ਕਿਉਂਕਿ ਅਸੀਂ ਹੈ ਨਾ ਗਗਨੂ ਬਾਂਸਲ ਜੀ ਦੇ ਨਾਟਕਾਂ ਦੇ ਵਿੱਚ ਵੀ ਕਈ ਵਾਰੀ ਅਸੀਂ ਫਿਲਰ ਦੇ ਰੂਪ ਤੇ ਕੰਮ ਕੀਤਾ ਤੇ ਕਈ ਉਹਨਾਂ ਨੂੰ ਗੀਤ ਗਜ਼ਲਾਂ ਅਸੀਂ ਸੁਣਾਈਆਂ ਹੈਗੀਆਂ। ਤੇ ਹੁਣ ਥੋੜਾ ਜਿਹਾ ਸਾਨੂੰ ਅਭਿਆਸ ਹੋ ਚੁੱਕਾ ਹੈ ਬੋਲਣ ਦਾ। ਮਨੋਜ ਜੀ, ਤੁਸੀਂ ਹੁਣ ਅਗਲੀ ਕਵਿਤਾ ਕਿਹੜੀ ਸੁਣਾਉਣ ਜਾ ਰਹੇ ਹੋ? ਹਾਂ, ਮੈਂ ਇੱਕ ਹੋਰ ਆਪਣੀ ਥੋੜੀ ਜਿਹੀ ਸਿਆਸਤ ਦੇ ਉੱਤੇ ਇੱਕ ਕਵਿਤਾ ਹੈਗੀ ਆ ਤੇ ਉਹ ਪਾਠਕਾਂ ਦੇ ਰੂਪ ਕਰਨਾ ਹਾਜ਼ਰੀਨ, ਪੇਸ਼ ਹੈ ਮੇਰੀ ਗਜ਼ਲ ਦਾ ਆਸ਼ਾਰ। ਕਹਿੰਦੇ ਜੀ, ਪੜ੍ਹਾਈ ਦੀ ਜ਼ਰੂਰਤ ਕੀ, ਪੜ੍ਹਾਈ ਦੀ ਜ਼ਰੂਰਤ ਕੀ ਸਿਆਸਤ ਵਾਸਤੇ, ਪੜ੍ਹਾਈ ਦੀ ਜ਼ਰੂਰਤ ਕੀ ਸਿਆਸਤ ਵਾਸਤੇ, सफेद झूठ है काफी इस तजारत वास्ते, सफेद झूठ है काफी इस तजारत वास्ते। कहता कोई मत योग्यता भी जरूरी नहीं, इसलिए कोई मत योग्यता यानी कि बुद्धि की लोड़ नहीं है इत्थे। हाँ जी, राजनीति दे विच कोई योग्यता भी नहीं नहीं चाहिए, जी। एजुकेशन क्वालिफिकेशन नहीं। हाँ जी, हाँ जी। कोई मत योग्यता भी ना जरूरी, इस दे ਲਈ ਲੜਾਣਾ ਆਪਸ ਵਿੱਚ ਜਨਤਾ ਨੂੰ, ਲੜਾਣਾ ਆਪਸ ਵਿੱਚ ਜਨਤਾ ਨੂੰ। ਹਾਂ, ਇਹ ਕੁਝ ਅੱਜ ਕੱਲ ਚੱਲ ਰਿਹਾ ਹੈ। ਹਾਂ, ਲਿਆਕਤ ਵਾਸਤੇ, ਲਿਆਕਤ ਵਾਸਤੇ। ਹਾਂ, ਆਪਸ ਵਿੱਚ ਜਨਤਾ ਨੂੰ ਲੜਾਉਂਦੇ ਆ, ਆਪਣਾ ਉਲੂ ਸਿੱਧਾ ਕਰ ਰਹੇ। ਉਲੂ ਸਿੱਧਾ ਕਰ ਰਹੇ ਆ। ਹਾਂਜੀ। ਅਗਲਾ ਸ਼ੇਰ ਸੁਣਾ, ਕਹਿੰਦਾ ਜਹਾਂ ਵਿੱਚ ਨਾਮ ਉਹਨਾਂ ਦਾ ਹੋਇਆ ਮਸ਼ਹੂਰ, ਜਹਾਂ ਵਿੱਚ ਨਾਮ ਹੋਇਆ ਉਹਨਾਂ ਦਾ ਮਸ਼ਹੂਰ, ਜੋ ਮਰ ਤੇ ਮਿਟ ਗਏ ਸੱਚੀ ਮੁਹੱਬਤ ਵਾਸਤੇ, ਜਹਾਂ ਵਿੱਚ ਨਾਮ ਉਹਨਾਂ ਦਾ ਹੋਇਆ ਮਸ਼ਹੂਰ, ਜੋ ਮਰ ਤੇ ਮਿਟ ਗਏ ਸੱਚੀ ਮੁਹੱਬਤ ਵਾਸਤੇ। ਅਗਲਾ ਸ਼ੇਰ ਸੁਣਨਾ ਜੀ। ਨਾ ਮੰਨੇ ਦਿਲ ਜਦੋਂ ਯਾਰੋ ਕਿਸੇ ਗੱਲ ਨੂੰ ਆਪਣੀ, ਨਾ ਮੰਨੇ ਦਿਲ ਜਦੋਂ ਯਾਰੋ ਕਿਸੇ ਗੱਲ ਨੂੰ ਆਪਣੀ, ਮਿਲੇ ਮੁਰਸ਼ਦ ਨੂੰ, ਮਿਲੋ ਮੁਰਸ਼ਦ ਨੂੰ ਆਪਣੇ ਫਿਰ ਨਸੀਹਤ ਵਾਸਤੇ, ਮਿਲੋ ਮੁਰਸ਼ਦ ਨੂੰ ਆਪਣੇ ਫਿਰ ਨਸੀਹਤ ਵਾਸਤੇ। ਹਾਂਜੀ। ਵਾਹ ਜੀ। एक शेर और सुनना जी, अजकल के हालात ते ये है, कहता बिना हथियार जी सकदे नहीं हुण दोस्तों, बिना हथियार जी सकदे नहीं हुण दोस्तों, 47 एके जरूरी हिफाजत वास्ते, 47 एके जरूरी हिफाजत वास्ते। तो अगला शेर सुना रहे हैं जी। हाँ जी। हाजरी, कहते जी, ज्यादा जोड़ना भावें नहीं चंगा इस जहां विच, ज्यादा जोड़ना नहीं चंगा भावें इस जहां विच, मगर कुछ वस्तुआं चाहिदियां जरूरत वास्ते, मगर कुछ वस्तुआं चाहिदियां जरूरत वास्ते। एक शेर हो सुनना जी। करो सिर कलम जिसदा भी चाहो तुसी, करो सिर कलम जिसदा भी चाहो तुसी, जरूरी एक कलम कागज शिकायत वास्ते, जरूरी एक कलम शिकायत वास्ते। तुसी किसी भी एक कागज से शिकायत करो, हाँ जी, वो बेचारा किते दी किते जांदा। हाँ जी, आरटीआई पा लो। हाँ जी, हाँ जी। एक होर शेर सुनना जी।
ਕਹਿੰਦਾ ਮੇਰੇ ਪਰਦੇਸ ਦੇ ਸੈਨਿਕ ਮਰੇ ਯਾਰੋ ਦੇਸ਼ ਦੀ ਖਾਤਰ, ਮੇਰੇ ਪਰਦੇਸ ਦੇ ਸੈਨਿਕ ਯਾਰੋ ਮਰੇ ਦੇਸ਼ ਦੀ ਖਾਤਰ, ਹਮੇਸ਼ਾ ਗੋਲੀਆਂ ਖਾਦੀਆਂ ਸੀਨੇ ਤੇ ਸ਼ਹਾਦਤ ਵਾਸਤੇ, ਹਮੇਸ਼ਾ ਗੋਲੀਆਂ ਖਾਦੀਆਂ ਸੀਨੇ ਤੇ ਸ਼ਹਾਦਤ ਵਾਸਤੇ। ਔਰ ਜੀ ਮਕਤਾ ਪੇਸ਼ ਹੈ, ਨਾ ਕੁਝ ਵੀ ਹੋਰ ਚਾਹੀਦਾ ਜਹਾਂ ਵਿੱਚ ਐ ਮਨੋਜ਼, ਨਾ ਕੁਝ ਵੀ ਹੋਰ ਚਾਹੀਦਾ ਜਹਾਂ ਵਿੱਚ ਐ ਮਨੋਜ਼, ਜ਼ਰੂਰੀ ਦੋ ਫੁੱਲ ਨੇ ਸਿਰਫ ਇਬਾਦਤ ਵਾਸਤੇ, ਜ਼ਰੂਰੀ ਦੋ ਫੁੱਲ ਨੇ ਸਿਰਫ ਇਬਾਦਤ ਵਾਸਤੇ। ਵਾਹ ਜੀ ਮਨੋਜ ਜੀ, ਤੁਸੀਂ ਬਹੁਤ ਵਧੀਆ ਸਾਨੂੰ ਕਵਿਤਾ ਸੁਣਾਈ। ਧੰਨਵਾਦ ਜੀ ਆਪਦਾ ਬਹੁਤ ਬਹੁਤ, ਤੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੂੰ ਇਹ ਪਸੰਦ ਆਇਆ ਹੈਗਾ। ਮਨੋਜ ਜੀ, ਤੁਸੀਂ ਕੋਈ ਆਪਣੀ ਆਉਣ ਵਾਲੀ ਰਚਨਾ ਬਾਰੇ ਕੁਝ ਦਰਸ਼ਕਾਂ ਨਾਲ ਗੱਲ ਸਾਂਝੀ ਕਰੋ। ਮੈਂ ਜਿਹੜੀ ਆ ਕਿਤਾਬ ਆ ਰਹੀ ਹੈ ਸੋਚਾਂ ਦੇ ਪਰਿੰਦੇ, ਉਹਦੇ ਬਾਰੇ ਜਾਣਕਾਰੀ ਦੇਣਾ ਚਾਹਾਂਗਾ ਕਿ ਉਹਦੇ ਵਿੱਚ ਜਿਹੜਾ ਹੈ ਨਾ, ਉਹਦੇ ਵਿੱਚ 3 ਪੋਰਸ਼ਨ ਬਣਾਏ ਗਏ। ਇੱਕ ਦੇ ਵਿੱਚ ਸਿਰਫ ਰਾਜਨੀਤੀ ਨਾਲ ਸੰਬੰਧਿਤ ਜਿਹੜੀਆਂ ਆ ਉਹਦੇ ਵਿੱਚ ਗੀਤ, ਕਵਿਤਾ, ਗਜ਼ਲ ਹੋਊਗੀ, ਤੇ ਇੱਕ ਦੇ ਵਿੱਚ ਸਿਰਫ ਜਿਹੜਾ ਰੋਮਾਂਟਿਕ ਗੀਤ, ਗਜ਼ਲ ਹੋਣਗੀਆਂ, ਤੇ ਇੱਕ ਦੇ ਵਿੱਚ ਸਮਾਜਿਕ ਹੋਊਗੀ। ਅੱਛਾ ਜੀ, ਸਾਰੇ ਮੁੱਦਿਆਂ ਨੂੰ ਤੁਸੀਂ ਲੈ ਕੇ ਚੱਲੋ। ਹਾਂ, ਸਮਾਜਿਕ ਦੇ ਵਿੱਚ ਕਈ ਜਿੰਦਾ ਭਰੂਣ ਹੱਤਿਆ ਆ ਜਾਂ ਵਾਤਾਵਰਨ, ਇਹਨਾਂ ਬਾਰੇ, ਇਸ ਬਾਰੇ ਜ਼ਿਆਦਾ ਜਾਣਕਾਰੀ ਹੋਊਗੀ। ਤੇ ਹਾਂਜੀ, ਤੇ ਜੇ ਹੈ ਨਾ ਤੁਸੀਂ ਚਾਹੋਗੇ ਤਾਂ ਮੈਂ ਕੋਈ ਇਸ ਵਿਸ਼ੇ ਤੇ ਵੀ ਕੋਈ ਇੱਕ ਆਪਾਂ ਨੂੰ ਗਜ਼ਲ ਤੁਹਾਨੂੰ ਸੁਣਾ ਸਕਦਾ। ਹਾਂਜੀ ਜ਼ਰੂਰ ਜੀ। ਹਾਂਜੀ ਆਦਰੀ ਇੱਕ ਗਜ਼ਲ ਹੋਰ ਮੇਰੀ ਸੁਣਨ ਦੀ ਕਿਰਪਾਲਤਾ ਕਰਨੀ। ਹਾਂਜੀ ਜ਼ਰੂਰ ਜੀ, ਸੁਣਾਓ। ਦਰਸ਼ਕਾਂ ਦੇ ਰੂਬੋ, ਹੁਣ ਨਹੀਂ ਕੁਝ ਵੀ ਕਿਸੇ ਦੇ ਪੱਲੇ ਤੇਰੇ ਸ਼ਹਿਰ ਵਿੱਚ, ਹੁਣ ਨਹੀਂ ਕੁਝ ਵੀ ਕਿਸੇ ਦੇ ਪੱਲੇ ਤੇਰੇ ਸ਼ਹਿਰ ਵਿੱਚ, ਹਰ ਬਸ਼ਰ ਦਬਿਆ ਹੈ ਕਰਜ਼ੇ ਥੱਲੇ ਤੇਰੇ ਸ਼ਹਿਰ ਵਿੱਚ। ਸੋਚਦਾ ਸੀ ਕੁਝ ਤਾਂ ਠੰਡਕ ਉੱਥੇ ਮਿਲੇਗੀ ਜਾ ਕੇ, ਸੋਚਦਾ ਸੀ ਕੁਝ ਤਾਂ ਠੰਡਕ ਮਿਲੇਗੀ ਉੱਥੇ ਜਾ ਕੇ, ਪਰ ਮੇਰੇ ਦੋਨੋਂ ਪੈਰ ਨੇ ਜਲੇ ਤੇਰੇ ਸ਼ਹਿਰ ਵਿੱਚ, ਤੇਰੇ ਸ਼ਹਿਰ ਵਿੱਚ। ਹਾਂਜੀ। ਵਾਹ ਜੀ। ਹੋਰ ਸ਼ੇਰ ਸੁਣਨਾ ਜੀ। ਕਹਿੰਦਾ ਹਰ ਕੋਈ ਗਿਰਦਾਤਾ ਹੈ ਤਿਲਕ ਕੇ ਜਹਾਂ ਵਿੱਚ ਯਾਰੋ, ਹਰ ਕੋਈ ਗਿਰਦਾਤਾ ਹੈ ਤਿਲਕ ਕੇ ਜਹਾਂ ਵਿੱਚ ਯਾਰੋ, ਹੋ ਉਹ ਵਿਰਲਾ ਜੋ ਗਿਰ ਕੇ ਸੰਭਲੇ ਤੇਰੇ ਸ਼ਹਿਰ ਵਿੱਚ, ਹੋ ਉਹ ਵਿਰਲਾ ਜੋ ਗਿਰ ਕੇ ਸੰਭਲੇ ਤੇਰੇ ਸ਼ਹਿਰ ਵਿੱਚ। ਕਹਿੰਦਾ ਹੋ ਰਿਹਾ ਹੈ ਅੱਜ ਹਾਦਸੇ ਤੇ ਕਿਉਂ ਉੱਥੇ ਹਾਦਸਾ, ਹੋ ਰਿਹਾ ਹੈ ਅੱਜ ਹਾਦਸੇ ਤੇ ਕਿਉਂ ਉੱਥੇ ਹਾਦਸਾ, ਕੱਲ ਜਿੱਥੇ ਘੁੰਮਦੇ ਰਹੇ ਚੰਗੇ ਭਲੇ ਤੇਰੇ ਸ਼ਹਿਰ ਵਿੱਚ, ਕੱਲ ਜਿੱਥੇ ਘੁੰਮਦੇ ਰਹੇ ਚੰਗੇ ਭਲੇ ਤੇਰੇ ਸ਼ਹਿਰ ਵਿੱਚ। ਆਦਮੀ ਦਿਨ ਵਿੱਚ ਵੀ ਬਾਹਰ ਨਾ ਘਰਾਂ ਚੋਂ ਨਿਕਲਦੇ, ਆਦਮੀ ਦਿਨ ਵਿੱਚ ਵੀ ਬਾਹਰ ਨਾ ਘਰਾਂ ਚੋਂ ਨਿਕਲਦੇ, ਪਰ ਕੁਝ ਲੋਕ ਮਿਲੇ ਸ਼ਾਮਾਂ ਢਲੇ ਤੇਰੇ ਸ਼ਹਿਰ ਵਿੱਚ, ਪਰ ਕੁਝ ਲੋਕ ਮਿਲੇ ਸ਼ਾਮਾਂ ਢਲੇ ਤੇਰੇ ਸ਼ਹਿਰ ਵਿੱਚ। ਇੱਕ ਹੋਰ ਸ਼ੇਰ ਸੁਣਨਾ ਜੀ। ਹਰ ਪਾਸੇ ਹਨੇਰਾ ਹੁਣ ਸਵੇਰੇ ਤੋਂ ਸ਼ਾਮਾਂ ਤੱਕ, ਹਰ ਪਾਸੇ ਹਨੇਰਾ ਹੁਣ ਸਵੇਰ ਤੋਂ ਸ਼ਾਮਾਂ ਤੱਕ, ਕਰਾਂ ਧੰਨਵਾਦ ਰੱਬ ਦਾ ਕੁਝ ਚਿਰਾਗ ਜਲੇ ਤੇਰੇ ਸ਼ਹਿਰ ਵਿੱਚ, ਕਰਾਂ ਧੰਨਵਾਦ ਰੱਬ ਦਾ ਕੁਝ ਚਿਰਾਗ ਜਲੇ ਤੇਰੇ ਸ਼ਹਿਰ ਵਿੱਚ। ਜ਼ਿੰਦਗੀ ਵਿੱਚ ਦੁੱਖ ਜੋ ਜਰਦੇ ਹੱਸ ਹੱਸ ਕੇ ਇਸ ਜਹਾਂ ਅੰਦਰ, ਜ਼ਿੰਦਗੀ ਵਿੱਚ ਦੁੱਖ ਜੋ ਜਰਦੇ ਹੱਸ ਹੱਸ ਕੇ ਇਸ ਜਹਾਂ ਅੰਦਰ, ਪਰ ਅਸੀਂ ਹਾਂ ਗੁਰਬਤਾਂ ਵਿੱਚ ਪਲੇ ਤੇਰੇ ਸ਼ਹਿਰ ਵਿੱਚ, ਪਰ ਅਸੀਂ ਹਾਂ ਗੁਰਬਤਾਂ ਵਿੱਚ ਪਲੇ ਤੇਰੇ ਸ਼ਹਿਰ ਵਿੱਚ। ਲੋਕ ਜੋ ਚਲਾਕ ਹਨ ਇਸ ਜਹਾਂ ਅੰਦਰ ਐਸ਼ ਨਹੀਂ ਕਰਦੇ, ਲੋਕ ਜੋ ਚਲਾਕ ਹਨ ਇਸ ਜਹਾਂ ਅੰਦਰ ਐਸ਼ ਨਹੀਂ ਕਰਦੇ, ਆਦਮੀ ਸ਼ਰੀਫ ਤਾਂ ਇੱਥੇ ਹੱਥ ਮਲੇ ਤੇਰੇ ਸ਼ਹਿਰ ਵਿੱਚ, ਆਦਮੀ ਸ਼ਰੀਫ ਤਾਂ ਇੱਥੇ ਹੱਥ ਮਲੇ ਤੇਰੇ ਸ਼ਹਿਰ ਵਿੱਚ। ਔਰ ਮਕਤਾ ਪੇਸ਼ ਹੈ ਜੀ। ਹਾਲ ਕੈਸਾ ਹੋ ਗਿਆ ਅੱਜ ਤੇਰੇ ਘਰਾਂ ਯਾਰ ਮਨੋਜ਼, ਹਾਲ ਕੈਸਾ ਹੋ ਗਿਆ ਅੱਜ ਤੇਰੇ ਘਰਾਂ ਐ ਮਨੋਜ਼, ਦਿਨ ਦਿਹਾੜ ਤੀਰ ਖੰਜਰ ਚਲੇ ਤੇਰੇ ਸ਼ਹਿਰ ਵਿੱਚ, ਦਿਨ ਦਿਹਾੜੇ ਤੀਰ ਖੰਜਰ ਚਲੇ ਤੇਰੇ ਸ਼ਹਿਰ ਵਿੱਚ। ਹੁਣ ਨਹੀਂ ਕੁਝ ਵੀ ਕਿਸੇ ਦੇ ਪੱਲੇ ਤੇਰੇ ਸ਼ਹਿਰ ਵਿੱਚ, ਹਰ ਬਸ਼ਰ ਦਬਿਆ ਹੈ ਕਰਜ਼ੇ ਥੱਲੇ ਤੇਰੇ ਸ਼ਹਿਰ ਵਿੱਚ। ਵਾਹ ਜੀ ਵਾਹ। ਮਨੋਜ ਜੀ, ਤੁਸੀਂ ਸਾਨੂੰ ਬਹੁਤ ਵਧੀਆ ਕਵਿਤਾ ਸੁਣਾਈ। ਮਨੋਜ ਜੀ, ਤੁਸੀਂ ਇਸ ਬਾਰੇ ਬਹੁਤ ਸ਼ੁਕਰੀਆ। ਮਨੋਜ ਜੀ, ਤੁਸੀਂ ਇਸ ਬਾਰੇ ਕੀ ਕਹੋਗੇ? ਆਪਣੇ ਭਾਰਤ ਵਿੱਚ, ਖਾਸ ਕਰ ਪੰਜਾਬ ਦੇ ਵਿੱਚ ਤੇ ਦਰਸ਼ਕ ਜਾਂ ਪਾਠਕ ਗਣ ਬਹੁਤ ਘੱਟ ਨੇ ਜੋ ਕਵਿਤਾਵਾਂ ਪੜ੍ਹਨ ਜਾਂ ਬੁੱਕਸ ਪੜ੍ਹਦੇ ਨੇ। ਮੇਰਾ ਵਿਚਾਰ ਇਹ ਆ ਵੀ ਇੱਥੇ ਚੰਗਾ ਸਾਹਿਤ ਪੜ੍ਹਨ ਨੂੰ ਮਿਲਦਾ ਹੀ ਨਹੀਂ, ਕਿਉਂਕਿ ਰਾਈਟਰ ਜਿਹੜੇ ਆ ਉਹ ਚੰਗੇ ਰਾਈਟਰ ਦੀ ਕਮੀ ਹੋ ਗਈ ਆ, ਜਿਹਦੇ ਵਿੱਚ ਕਈ ਉਸਤਾਦ ਸ਼ਾਇਰ ਜਿਹੜੇ ਕੁਝ ਚਲੇ ਗਏ ਨੇ, ਪਰ ਕਈ ਕਿਤਾਬਾਂ ਜਿਹੜੀਆਂ ਆ ਉਹ ਜਿਹੜੇ ਹੈਗੇ ਆ ਪਬਲਿਸ਼ਰ ਛਾਪਦੇ ਨਹੀਂ ਜਿਨ੍ਹਾਂ ਦੀਆਂ, ਜਿਵੇਂ ਕਿ ਆਪਣੇ ਸ਼ੌਕਤ ਢਾਡ ਵੀ ਵਗੈਰਾ ਹੋਏ ਆ,
ਉਹਨਾਂ ਦੀਆਂ ਕਿਤਾਬਾਂ ਹਜੇ ਤੱਕ ਵੀ ਛਪੀਆਂ ਨਹੀਂ ਹਨ। ਇਸੇ ਤਰ੍ਹਾਂ ਹੋਰ ਵੀ ਕਈ ਸ਼ਾਇਰ ਹੋਏ ਆ, ਆਰਫ ਗੋਬਿੰਦ ਵੀ ਉਹਨਾਂ ਦੀ ਕਿਤਾਬ ਵੀ ਹਾਂਜੀ, ਕਾਫੀ ਮਜਬੂਰੀਆਂ ਨੇ ਵੀ ਉਹਨਾਂ ਦੀ ਰਚਨਾਵਾਂ ਨਹੀਂ ਆ ਸਕੀਆਂ। ਹਾਂ, ਮਾਰਕੀਟ 'ਚ ਨਹੀਂ ਆਉਂਦੀਆਂ। ਉਹਨਾਂ ਦੀਆਂ ਰਚਨਾਵਾਂ ਨੇ ਤਾਂ ਤੂਫਾਨ ਲਿਆਣਾ ਹੁੰਦਾ ਹੈ ਤੇ ਉਹ ਛਪਦੀਆਂ ਨੇ। ਜੇ ਪਾਠਕਾਂ ਦੀ ਰੁਚੀ ਨਹੀਂ ਹੈਗੀ ਤਾਂ ਉਹ ਕਿੱਦਾਂ ਪੜ੍ਹੇਗਾ। ਇਹ ਪਾਠਕਾਂ ਦੀ ਰੁਚੀ ਲਈ ਸਾਨੂੰ ਇਹ ਬਣਦਾ, ਸਾਡਾ ਰਾਈਟਰਾਂ ਦਾ ਫਰਜ਼ ਬਣਦਾ ਕਿ ਉਹਨਾਂ ਲਈ ਚੰਗੀਆਂ ਕਿਤਾਬਾਂ, ਰੁਚੀਕਰ ਕਿਤਾਬਾਂ, ਸੰਦੇਸ਼ਵਾਹਕ ਕਿਤਾਬਾਂ ਛਾਪੀਏ ਜਾਂ ਲੋਕਾਂ ਨੂੰ ਪੇਸ਼ ਕਰੀਏ। ਹਾਂਜੀ, ਲੇਖਕਾਂ ਦੇ ਮੋਢੇ ਤੇ ਭਾਰ ਹੈਗਾ ਕਿ ਉਹਨਾਂ ਦੇ ਸਿਰ ਦੇ ਉੱਤੇ ਇਹ ਵੀ ਸਾਰਿਆਂ ਨੂੰ ਚੰਗੀਆਂ ਰਚਨਾਵਾਂ ਦਿੱਤੀਆਂ ਜਾਣ। ਹਾਂਜੀ, ਤਾਂ ਹੀ ਆਪਣੇ ਦਰਸ਼ਕਗਣ ਪੜ੍ਹਨਗੇ, ਪਾਠਕ ਪੜ੍ਹਨਗੇ ਬੁੱਕਸ ਨੂੰ। ਹਾਂਜੀ ਮਨੋਜ ਜੀ, ਤੁਸੀਂ ਇਹ ਬੁੱਕਸ ਲਿਖਦੇ ਕਿਸ ਟਾਈਮ ਹੋ? ਕੋਈ ਖਾਸ ਟਾਈਮ ਬਣਿਆ ਹੋਇਆ ਲਿਖਣ ਲਈ, ਜਾਂ ਸਵੇਰੇ ਬੈਠਦੇ ਹੋ ਜਾਂ ਸ਼ਾਮੀ, ਜਾਂ ਫਿਰ ਕਿਸੇ ਕੋਈ ਘਟਨਾ ਦੇਖੀ ਉਸ ਟਾਈਮ? ਇਹਦੇ ਵਿੱਚ ਕਈ ਪਹਿਲੂ ਹਨ। ਜਿਵੇਂ ਕਈ ਵਾਰੀ ਸਾਨੂੰ ਕੋਈ ਘਟਨਾ ਦੇਖ ਕੇ, ਕੋਈ ਸੀਨ ਕੋਈ ਇਦਾਂ ਡੇਂਜਰਸ ਹੁੰਦਾ ਜਾਂ ਕੋਈ ਜਿਹੜਾ ਮਨ ਨੂੰ ਛੂ ਭਾਵੁਕ ਜਾਂਦਾ, ਹੋ ਗਿਆ, ਹਾਂਜੀ। ਹਾਂਜੀ, ਉਹਦੇ ਨਾਲ ਵੀ ਅਸੀਂ ਕਵਿਤਾ ਜਾਂ ਗਜ਼ਲ ਦਾ ਆਪਣਾ ਸਿਰਜਣ ਕਰਦੇ ਹਾਂ। ਪਰ ਜ਼ਿਆਦਾਤਰ ਤੇ ਕਈ ਵਾਰੀ ਮੈਂ ਦੇਖਿਆ ਜਦੋਂ ਸਵੇਰੇ ਸ਼ਾਂਤ ਵਾਤਾਵਰਨ ਹੁੰਦਾ ਹੈ ਤੇ ਉਸ ਵੇਲੇ ਯਾਨੀ ਕਿ ਅਸੀਂ ਲਿਖਦੇ ਹਾਂ ਜ਼ਿਆਦਾ, ਕਿਉਂਕਿ ਉਸ ਵੇਲੇ ਜਿਹੜੇ ਭਾਵ ਵੀ ਉਮੜਦੇ ਆ ਉਹ ਠੀਕ ਹੁੰਦੇ ਆ ਤੇ ਉਹ ਯਾਦ ਵੀ ਰਹਿੰਦੇ ਆ। ਹਾਂਜੀ, ਤੇ ਕਈ ਵਾਰੀ ਫਿਰ ਨਹੀਂ ਤਾਂ ਜੇ ਫੁਰਨੇ ਜਦੋਂ ਭੁੱਲ ਜਾਣ ਤਾਂ ਫਿਰ ਯਾਦ ਕਵਿਤਾ ਨਾਲ ਹੀ ਖਤਮ ਹੋ ਜਾਂਦੀ ਆ। ਅੱਛਾ। ਤੋ ਮੈਂ ਆਪਣੇ ਪਾਠਕਾਂ ਨੂੰ ਜਾਂ ਦਰਸ਼ਕਾਂ ਨੂੰ ਇਹੀ ਕਹਾਂਗਾ ਕਿ ਉਹਨਾਂ ਨੂੰ ਚਾਹੀਦਾ ਕਿ ਵਧੀਆ ਕਿਤਾਬਾਂ ਪੜ੍ਹਨ ਅਤੇ ਜਦੋਂ ਲਿਖਣਾ ਉਹਨਾਂ ਨੇ ਹੈਗਾ ਤੇ ਉਹ ਕਮ ਸੇ ਕਮ ਵੀ 100-150 ਕਿਤਾਬਾਂ ਪੜ੍ਹਨ, ਤਾਂ ਉਸ ਤੋਂ ਬਾਅਦ ਉਹ ਲਿਖਣ ਦੀ ਪ੍ਰਕਿਰਿਆ ਸ਼ੁਰੂ ਕਰਨ। ਹਾਂਜੀ। 1-2 ਕਿਤਾਬਾਂ ਪੜ੍ਹ ਕੇ ਨਹੀਂ ਕੁਝ ਹੁੰਦਾ ਹੈਗਾ। ਹਾਂਜੀ। ਮਨੋਜ ਜੀ, ਸਾਡੇ ਦਰਸ਼ਕਾਂ ਨੂੰ ਤੁਸੀਂ ਕੋਈ ਸੁਨੇਹਾ ਦੇਣਾ ਚਾਹੋਗੇ? ਮੈਂ ਦਰਸ਼ਕਾਂ ਨੂੰ ਇਹ ਕਹਾਂਗਾ ਕਿ ਤੁਸੀਂ ਵਧੀਆ ਤੋਂ ਵਧੀਆ ਰਚਨਾਵਾਂ ਪੜ੍ਹੋ ਅਤੇ ਹੋ ਸਕੇ ਤੇ ਉੜੀਕਾਂ ਜਿਹੜਾ ਸਾਡਾ ਹੈਗਾ ਇੱਥੇ ਪ੍ਰੋਗਰਾਮ, ਇਹਨੂੰ ਦੇਖੋ, ਕਿਉਂਕਿ ਇਹਦੇ ਵਿੱਚ ਅਸੀਂ ਵੱਡੇ ਕਈ ਰਾਈਟਰ ਨੂੰ ਮੈਂ ਵੀ ਸੁਣਿਆ, ਕਲਾਕਾਰਾਂ ਨੂੰ ਵੀ ਕਈਆਂ ਨੂੰ ਦੇਖਿਆ ਹੈਗਾ ਤੇ ਜਿਹੜਾ ਕਿ ਅੱਜ ਕੱਲ ਵਧੀਆ ਲੱਗ ਰਿਹਾ ਹੈਗਾ ਤੇ ਇਹ ਸਮਾਜ ਨੂੰ ਚੰਗੀ ਸੇਧ ਵੀ ਦੇ ਰਿਹਾ। ਤਾਂ ਮੈਂ ਉੜੀਕਾਂ ਦੇ ਆਪਣੇ ਪ੍ਰੋਡਿਊਸਰ ਸਾਹਿਬ ਦਾ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਮੈਨੂੰ ਦਰਸ਼ਕਾਂ ਦੇ ਰੂਬਰੂ ਕੀਤਾ। ਅਸੀਂ ਫਿਰ ਮਿਲਾਂਗੇ ਨਵੇਂ ਚਿਹਰੇ ਦੇ ਨਾਲ ਉਡੀਕਾ ਪ੍ਰੋਗਰਾਮ ਵਿੱਚ। ਤਦ ਤੱਕ ਲਈ ਇਜਾਜ਼ਤ ਦਿਓ।